ਸੁਣ ਰਹੇ ਹੋ 94.3 ਮਾਈ FM। ਮੇਰੇ ਵੱਲੋਂ ਯਾਨੀ ਆਰਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਸਾਰੇ ਗਾਣੇ ਆਪਾਂ ਸੁਣੀਦੇ ਆ, ਪਰ ਕੁਝ ਚੁਣਿੰਦਾ ਆਵਾਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਠਹਿਰਾਵ ਹੁੰਦਾ ਹੈ, ਜਿਨ੍ਹਾਂ 'ਚ ਖਿੱਚ ਹੁੰਦੀ ਹੈ, ਜਿਨ੍ਹਾਂ 'ਚ ਸਕੂਨ ਹੈ। ਅੱਜ ਕੱਲ੍ਹ ਉਸੇ ਆਵਾਜ਼ ਨੂੰ ਸੁਣਨ ਦਾ ਜਨੂਨ ਹੈ ਤੇ ਉਹ ਆਵਾਜ਼ ਆਪਾਂ ਸੁਣ ਰਹੇ ਹਾਂ ਕੁਸ਼ਾਗਰਾ ਦੀ। ਨੀ ਤੱਕ ਤੈਨੂੰ ਗੱਡੀਆਂ ਵੀ ਰੁਕ ਜਾਂਦੀਆਂ, ਕਰੋਸ ਜਦੋਂ ਕਰਕੇ ਤੂੰ ਚੌਕ ਨਿਕਲੇ, ਹਾਰਟ ਬੀਟ ਵੱਧ ਜਾਂਦੀ ਵੇਖ ਮੁੰਡੇ ਦੀ, ਮੁੰਡਾ ਤੈਨੂੰ ਕਰਨ ਸਟਾਕ ਨਿਕਲੇ। ਤੂੰ ਰੋਜ਼ ਸ਼ਾਮੀ ਵਾਕ ਤੇ ਜਦੋਂ ਨਿਕਲੇ, ਲੈ ਕੇ ਤੇਰੇ ਡੌਗ ਨੂੰ ਜਦੋਂ ਨਿਕਲੇ, ਹਾਰਟ ਬੀਟ ਵੱਧ ਜਾਂਦੀ ਵੇਖ ਮੁੰਡੇ ਦੀ, ਮੁੰਡਾ ਤੈਨੂੰ ਕਰਨ ਸਟਾਕ ਨਿਕਲੇ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਸ਼ਾਗਰਾ। ਥੈਂਕ ਯੂ ਸੋ ਮਚ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਇਹ ਸਟਾਕ ਗਾਣਾ ਜਿਨ੍ਹਾਂ ਦਾ ਲਿਖਿਆ ਹੈ, ਜਿਨ੍ਹਾਂ ਦਾ ਕੰਪੋਜ਼ ਕੀਤਾ ਹੈ, ਜਿਹਦੇ ਹੱਥ ਚੋਂ ਗੁਜ਼ਰਿਆ ਹੈ, ਉਹ ਹੈ ਗੁਰਨਜ਼ਰ। ਗੁਰਨਜ਼ਰ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਜਿੰਨੇ ਵੀ ਲਿਸਨਰਸ ਇਸ ਟਾਈਮ ਸਾਨੂੰ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਸਟਾਕ ਗਾਣਾ ਮੈਂ ਸੁਣਿਆ ਨਾ, ਉਸ ਤੋਂ ਬਾਅਦ ਮੈਨੂੰ ਜਦੋਂ ਥੱਲੇ ਪਤਾ ਲੱਗਾ ਅੱਛਾ ਇਹ ਗੁਰਨਜ਼ਰ ਦਾ ਲਿਖਿਆ, ਅੱਛਾ ਇਹ ਗੁਰਨਜ਼ਰ ਦਾ ਕੰਪੋਜ਼ ਕੀਤਾ, ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਕਿ ਇਹ ਜੋ ਕੁਸ਼ਾਗਰ ਨੇ ਗਾਇਆ ਹੈ ਇਹ ਪੂਰੇ ਦਾ ਪੂਰਾ ਟੈਕਸਚਰ ਤੁਹਾਡੇ ਵਰਗਾ ਹੈ। ਇਹ ਮਤਲਬ ਹੈ ਗੁਰਨਜ਼ਰ ਨੂੰ ਵੀ ਤਾਂ ਹੀ ਪਸੰਦ ਆਇਆ ਤੇ ਗੁਰਨਜ਼ਰ ਨੇ ਫਿਰ ਐਫਰਟ ਕੀਤੇ ਯਾਰ ਕੁਸ਼ਾਗਰ ਤੇਰਾ ਗਾਣਾ ਕਰ ਦੇ। ਇਸ ਗਾਣੇ ਦੀ ਇੱਕ ਸਟੋਰੀ ਹੈ ਕਿ ਜਦ ਮੈਂ ਇਹ ਗਾਣਾ ਲਿਖਿਆ ਸੀ ਸਪੈਸ਼ਲ ਕੁਸ਼ਾਗਰ ਨੂੰ ਸੱਦ ਕੇ, ਮੈਂ ਕਿਹਾ ਅੱਜ ਤੇਰੇ ਲਈ ਮੈਂ ਗਾਣਾ ਬਣਾਤਾ ਹੂੰ। ਇਹਨੂੰ ਮੈਂ ਦਫ਼ਤਰ ਸੱਦਿਆ ਤੇ ਅਸੀਂ ਆਫਿਸ 'ਚ ਬਹਿ ਕੇ ਗਾਣਾ ਲਿਖਿਆ ਤੇ ਜਦ ਇਹ ਗਾਣਾ ਅਸੀਂ ਸੇਮ ਰਾਤੀ ਜਾ ਕੇ ਨਾ ਸਟੂਡੀਓ ਰਿਕਾਰਡ ਕੀਤਾ ਤੇ ਰਿਕਾਰਡ ਕਰਨ ਤੋਂ ਬਾਅਦ ਮੈਨੂੰ ਲੱਗਿਆ, ਮੈਂ ਕਿਹਾ ਯਾਰ ਇਹ ਤਾਂ ਅੱਛਾ ਹੈ, ਇਹ ਮੈਂ ਕਰ ਲੈਣਾ। ਮੈਂ ਕਿਹਾ ਇਹ ਗਾਣਾ ਹੈ ਅੱਛਾ ਤੇ ਨਾ ਫਿਰ ਮੁੜ ਕੇ ਮੇਰਾ ਤੇ मेरे फ्रेंड ने वरुण शर्मा चूचा भाजी, साडा दोवां दा प्लान हो गया कि नहीं हम ये गाना करेंगे, हम दोनों मिलके कर रहे हैं। अच्छा। मैं मुड़ के इन्हां नूं दस्सिया नहीं सी कि ये मैं करन लगा। अच्छा। एक दिन मैं जिक्र जिहा कीता इहदा बेचारे दा ना मूंह मई, मैं कहा तैनूं कुछ होर बना के दूंगा। अच्छा। ते फिर मैनूं लग्या, मैं कहा नहीं यार ये मायूस ना हो जाए बंदा, मैं कहा हम करेंगे मिलके करते हैं। ते इस गाने दा फिर मैनूं लग्या कि शायद ये मेरे तो भी वधिया निभा सकदा ते मैं ये गाना ਦਿੱਤਾ ਕੁਸ਼ਾਗਰ ਨੂੰ। ਤੇ ਮੈਨੂੰ ਲੱਗਦਾ ਕੁਸ਼ਾਗਰ ਜਦੋਂ ਇਹ ਗਾਣਾ ਤੁਹਾਨੂੰ ਦਿੱਤਾ ਸੀਗਾ ਪਹਿਲੀ ਵਾਰੀ, ਉਦੋਂ ਤੁਸੀਂ ਕਿੰਨੇ ਕੁ ਨੂੰ ਦੱਸਤਾ ਸੀਗਾ ਪਹਿਲਾਂ ਹੀ ਕਿ ਬਈ ਘਰਦਿਆਂ ਨੂੰ ਬੰਦਾ ਦੱਸ ਦਿੰਦਾ ਹੈ, ਬਹੁਤ ਜਿਹੜੇ ਨੇੜੇ ਦੇ ਫਰੈਂਡਸ ਹੁੰਦੇ ਉਹਨਾਂ ਨੂੰ ਦੱਸ ਦਿੰਦਾ ਹੈ, ਕਿੰਨਿਆਂ ਨੂੰ ਦੱਸਤਾ ਸੀਗਾ ਤਾਂ ਕਿ ਜਿਸ ਦਿਨ ਗੁਰਨਜ਼ਰ ਨੇ ਇਹ ਕਿਹਾ ਯਾਰ ਇਹ ਗਾਣਾ ਤੇਰੇ ਕੋ ਕੋਈ ਔਰ ਗਾਣਾ ਦੇ ਦੇਂਗੇ, ਸਾਰਾ ਕੁਝ ਦਿਮਾਗ 'ਚ ਘੁੰਮਿਆ ਤਾਂ ਮੈਂ ਤਾਂ ਇੰਨੇ ਲੋਕਾਂ ਨੂੰ ਦੱਸਤਾ, ਕਿੰਨੇ ਨੂੰ ਦੱਸਤਾ ਸੀਗਾ? नहीं, मैंने बहुत लोगों को नहीं बताया था, मैंने सिर्फ अपने दोस्तों को और मम्मी पापा को ही बताया था। अच्छा, और फिर उस टाइम दिमाग में चलने लग गया था यार इनको तो मैंने बता दिया है, गुरनज़र बाजी करे किसी और से गवाते हैं, बट उन्होंने जल्दी फिर बाप बोल दिया था कि नहीं तू ही करेगा ये। ਆਏ ਹਾਏ। ਤੇ ਗੁਰਨਜ਼ਰ ਵੀਰੇ ਸਭ ਤੋਂ ਪਹਿਲਾਂ ਕਦੋਂ ਨਿਗਾਹ 'ਚ ਆਇਆ ਸੀ ਕੁਸ਼ਾਗਰ ਤੁਹਾਡੇ? ਕੁਸ਼ਾਗਰ ਭਾਜੀ ਜਦੋਂ ਟਿਕਟੌਕ ਚੱਲਦੀ ਹੁੰਦੀ ਸੀ ਇਹ ਐਪ, ਤੇ ਉਹਦੇ ਤੇ ਕਦੀ ਸਕਰੋਲ ਕਰਦੇ ਹੋਏ ਮੈਂ ਜ਼ਰੂਰ ਇਹਦੇ ਬਾਰੇ ਸੁਣਿਆ ਸੀਗਾ, ਇਹਦੇ ਗਾਣੇ ਸੁਣੇ ਸੀਗੇ, ਮੇਰੇ ਖਿਆਲ ਸਾਰਿਆਂ ਨੇ ਹੀ ਸੁਣੇ ਸੀਗੇ। ਫਿਰ ਉਸ ਤੋਂ ਬਾਅਦ ਮੈਨੂੰ ਧਿਆਨ ਨਹੀਂ ਸੀ, ਇੱਕ ਦਿਨ ਮੈਨੂੰ ਸਾਡੇ ਆਫਿਸ ਮਿਲਿਆ ਸੀਗਾ, ਮੈਂ ਆਪਣੇ ਆਫਿਸ ਜਾ ਰਿਹਾ ਸੀ EYP ਦੇ, ਤੇ ਉਹਦੇ ਬਾਹਰ ਮੈਨੂੰ ਦਿਖਾਈ ਦਿੱਤਾ। ਫਿਰ ਮੈਨੂੰ ਆਖਿਆ, ਮੈਂ ਕਿਹਾ ਯਾਰ ਮੈਂ ਤੈਨੂੰ ਦੇਖਿਆ, ਮੈਂ ਤੇਰੇ ਬਹੁਤ ਸਾਰੇ ਵੀਡੀਓਜ਼ ਦੇਖੇ ਐਂਡ ਹੀ ਇਜ਼ ਬਲੈਸਡ ਵਿਦ ਅਮੇਜ਼ਿੰਗ ਵੌਇਸ। ਮੈਨੂੰ ਇਹ ਲੱਗਦਾ ਕੋਈ ਵੀ ਇਹਦਾ ਵੀਡੀਓ ਦੇਖੇਗਾ ਇੱਕ ਵਾਰੀ ਜ਼ਰੂਰ ਰੁਕਦਾ ਹੋਏਗਾ ਕਿ ਦੇਖੀਏ ਕੌਣ ਹੈ। ਸਹੀ ਗੱਲ ਕਹਿ ਰਹੇ ਹੋ, ਸਹੀ ਗੱਲ। ਤੇ ਇਹ ਵੀ ਤਾਂ ਮਾਈਂਡ 'ਚ ਆਇਆ ਹੋਇਆ ਗੁਰਨਜ਼ਰ ਕਿ ਵੀ ਯਾਰ ਇਹਨੂੰ ਪਹਿਲਾਂ ਤਪ ਲੈਣ ਦੀ, ਇਹਨੂੰ ਪਹਿਲਾਂ ਇਹ ਨਹੀਂ ਹੈ ਕਿ ਵੀ ਜਿਸ ਦਿਨ ਮਿਲਿਆ ਤਾਂ ਅਗਲੇ ਮਹੀਨੇ ਗਾਣਾ ਕਰਦੇ, ਨਹੀਂ, ਇਹਨੂੰ ਤਪ ਲੈਣ ਦੀ। ਫਿਰ ਇਹਦੇ 'ਚ ਵੀ ਮਾਈਂਡ ਗੁਜ਼ਰਿਆ ਕਿ ਇਹਨੂੰ ਦੇਖਦੇ ਪਹਿਲਾਂ ਸਬਰ ਕਿੰਨਾ ਕੁ ਇਹਦੇ 'ਚ? ਭਾਜੀ ਜ਼ਰੂਰੀ ਨਹੀਂ ਇਹ ਚੀਜ਼ਾਂ ਜਾਣਨੀਆਂ ਕਿ ਸਾਹਮਣੇ ਵਾਲੇ ਬੰਦੇ ਨਾਲ ਤੁਸੀਂ ਮਤਲਬ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਕਲਾਕਾਰ ਵਧੀਆ ਹੋਵੇ ਤਾਂ ਇਨਸਾਨ ਵੀ ਵਧੀਆ ਹੋਵੇ। ਮੈਨੂੰ ਕਲਾਕਾਰੀ ਨਾਲ ਜਾਂ ਫਿਰ ਕਿਸੇ ਦੇ ਟੈਲੈਂਟ ਨਾਲ ਕੋਈ ਫਰਕ ਨਹੀਂ ਪੈਂਦਾ, ਮੈਨੂੰ ਸਭ ਤੋਂ ਪਹਿਲਾਂ ਬੰਦਾ ਵਧੀਆ ਲੱਗਣਾ ਚਾਹੀਦਾ। ਜੇ ਬੰਦਾ, ਮੈਂ ਅੱਜ ਤੱਕ ਅੱਧੇ ਸਾਡੀ ਇੰਡਸਟਰੀ ਦੇ ਕਿਸੇ ਬੰਦੇ ਨਾਲ ਕੰਮ ਨਹੀਂ ਕੀਤਾ, ਮੈਨੂੰ ਨਹੀਂ ਵਧੀਆ ਲੱਗਦਾ ਤਾਂ ਮੈਂ ਨਹੀਂ ਕਰਦਾ। ਮੈਨੂੰ ਲੱਗਦਾ ਕਿ ਜੋ ਇਨਸਾਨ ਵਧੀਆ ਹੋਵੇ ਜਿਹਦੇ ਨਾਲ ਮੇਰੀ ਮੱਤ ਰਲੇ, ਮੈਂ ਉੱਤੇ ਕੰਮ ਕਰੂੰਗਾ, ਨਹੀਂ ਤਾਂ ਨਹੀਂ ਕਰਨਾ। ਤੇ ਫਿਰ ਕਿਹੜੀ ਗੱਲਾਂ ਕੁਸ਼ਾਗਰ ਦੀਆਂ? ਹੀ ਇਜ਼ ਵੈਰੀ ਹਾਰਡ ਵਰਕਿੰਗ, ਬਹੁਤ ਮਿਹਨਤੀ ਹੈ ਇਹ, ਟੈਲੈਂਟਡ ਤਾਂ ਹੈਗਾ ਹੀ ਹੈ, ਚਲੋ ਹਜੇ ਛੋਟਾ ਵੀ ਹੈ, ਪਲੱਸ ਇੰਨੀ ਘੱਟ ਉਮਰ ਦੇ ਅੰਦਰ ਫੋਕਸਡ ਹੈ, ਇਹਨੂੰ ਪਤਾ ਮੈਂ ਕਰਨਾ ਕੀ ਹੈ। ਨਹੀਂ ਤਾਂ ਇਸ ਉਮਰ ਦੇ ਜਵਾਕਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕਰਨਾ ਕੀ ਹੈ। ਸਹੀ ਗੱਲ ਹੈ। ਘਰ ਵਾਲਿਆਂ ਨੇ ਇਹਨੂੰ ਇੰਨਾ ਇੱਥੇ ਇੰਨਾ ਬਿਲੀਵ ਕਰਦੇ, ਇਹਨੂੰ ਚੰਡੀਗੜ੍ਹ ਭੇਜਿਆ ਕਿ ਨਹੀਂ ਯਾਰ ਤੂੰ ਜਾ, ਤੂੰ ਆਪਣਾ ਕਰੀਅਰ ਬਣਾ। ਇਹਦੇ ਮਮ ਡੈਡ ਟੀਚਰ ਨੇ, ਪ੍ਰੋਫੈਸਰ ਨੇ, ਇਹਦੇ ਡੈਡ, ਇਹਦੇ ਮੰਮੀ ਟੀਚਰ ਨੇ, ਹਨਾ। ਉਸ ਪ੍ਰੋਫੈਸ਼ਨ ਦੇ ਹੁੰਦੇ ਹੋਏ ਵੀ ਉਹਨਾਂ ਨੇ ਇਹਨੂੰ ਫਰੀਡਮ ਦਿੱਤੀ ਤੇ ਮੈਨੂੰ ਇਹ ਓਵਰਆਲ ਚੀਜ਼ਾਂ ਸਾਰੀਆਂ ਵਧੀਆ ਲੱਗਦੀਆਂ। ਮੈਨੂੰ ਇਹਦੇ ਘਰਦਿਆਂ 'ਚ ਆਪਣੀ ਮਾਂ ਦੀ ਝਲਕ ਦਿਖਾਈ ਦਿੰਦੀ ਕਿ ਹਨਾ ਕਿ ਉਹਨਾਂ ਨੇ ਮੇਰੇ ਤੇ ਫੇਥ ਕੀਤਾ ਸੀਗਾ ਕਿ ਤੂੰ ਜਾ, ਤੂੰ ਮਿਹਨਤ ਕਰ। ਉਹ ਸੇਮ ਇਹਦੇ ਨਾਲ ਹੈਗਾ। ਤੇ ਮੈਂ ਇਹਨੂੰ ਜਿਵੇਂ ਤੁਹਾਨੂੰ ਪਤਾ 2-4 ਦਿਨ 5 ਦਿਨ ਹਫ਼ਤਾ ਰਹਿ ਕੇ ਬੰਦੇ ਦਾ ਪਤਾ ਲੱਗ ਜਾਂਦਾ, ਤੇ ਮੈਨੂੰ ਲੱਗ ਗਿਆ ਸੀ ਪਤਾ ਕਿ ਨਹੀਂ ਇਹ ਡੀਸੈਂਟ ਹੈ। ਇਹਨੂੰ ਦੱਸਿਆ ਹੋਇਆ ਮੈਂ ਕਿਹਾ ਜਦ ਤੱਕ ਤੂੰ ਡੀਸੈਂਟ ਹੈ ਜਦ ਤੱਕ ਹੀ ਹਾਂ ਮੈਂ ਤੇਰੇ ਨਾਲ। ਸਹੀ ਗੱਲ ਹੈ, ਸਹੀ ਗੱਲ ਹੈ। ਨਹੀਂ ਤਾਂ ਜੇ ਤੇਰੇ ਵੀ ਪੈ ਗਈਆਂ ਹਵਾ ਚ ਉੱਡ ਗਿਆ, ਤੇਰੇ ਖੰਭ ਲੱਗ ਗਏ। ਨਹੀਂ ਏਦਾਂ ਮੈਨੂੰ ਲੱਗਦਾ ਨਹੀਂ, ਵੈਸੇ ਇਹ ਬੰਦਾ ਉਦਾਂ ਦਾ ਨਹੀਂਗਾ। ਹਾਂ, ਨਹੀਂ ਸਹੀ ਗੱਲ ਹੈ, ਸਹੀ ਗੱਲ। ਤੇ ਗੁਰਨਜ਼ਰ ਜਿਵੇਂ ਹੁਣ ਕੁਸ਼ਾਗਰ ਬਿਲਕੁਲ ਜਿਸ
ਜੋ ਜਿਸ ਤਰ੍ਹਾਂ ਦਾ ਤੁਹਾਡਾ ਟੇਸਟ ਹੈ ਗਾਣੇ ਦਾ, ਹੈ ਨਾ, ਤੁਸੀਂ ਆਪ ਗਿਟਾਰ ਵਜਾ ਲੈਂਦੇ ਹੋ, ਗਾ ਲੈਂਦੇ ਹੋ, ਸੂਦਿੰਗ ਸਕੂਨ ਹੈ ਤੁਹਾਡੀ ਆਵਾਜ਼ 'ਚ, ਉਹੀ ਕੁਸ਼ਾਗਰਾ ਦੇ ਵਿੱਚ ਝਲਕਦੀ ਹੁੰਦੀ ਹੈ। ਫਿਰ ਤੁਸੀਂ ਇਹਨੂੰ ਆਪਣੇ ਲਾਈਵ ਇੱਕ ਆਪਣੀ ਟੀਮ ਦਾ ਆਪਣੇ ਲਾਈਵ ਸ਼ੋਜ਼ ਦੇ ਵਿੱਚ ਵੀ ਕੁਸ਼ਾਗਰ ਨੂੰ ਨਾਲ ਰੱਖੋਗੇ ਜਾਂ ਇਹਦਾ ਇੱਕ ਆਪਣਾ? ਉਹ ਮੈਨੂੰ ਲੱਗਦਾ ਇਹਦੀ ਡਿਫਰੈਂਟ ਜਰਨੀ ਹੋਣੀ ਚਾਹੀਦੀ ਹੈ। ਅੱਛਾ। ਉਹ ਉਹਦੇ ਚ, ਕਿਉਂਕਿ ਜੇ ਅੱਜ ਕਿਸੇ ਨਾਲ ਜਾਂ ਮੇਰੇ ਨਾਲ ਕਿਤੇ ਗਾਣ ਲੱਗ ਗਿਆ ਤੇ ਇਹਦੀ ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ, ਕਿਉਂਕਿ ਮੈਂ ਇੰਡੀਪੈਂਡੈਂਟ ਸ਼ੁਰੂ ਕੀਤਾ ਸੀਗਾ, ਮੈਨੂੰ ਇਹ ਲੱਗਦਾ ਹੁੰਦਾ ਕਿ ਕੰਮ ਦੇ ਅੰਦਰ ਤੁਹਾਡੀ ਇੰਡੀਵਿਜੂਅਲ ਆਇਡੈਂਟੀਟੀ ਹੋਣੀ ਚਾਹੀਦੀ ਹੈ ਐਜ਼ ਐਨ ਇੰਡੀਵਿਜੂਅਲ। ਕਿਸੇ ਕਰਕੇ ਨਹੀਂ ਹੋਣਾ ਚਾਹੀਦਾ ਕਿ ਇਹ ਬੰਦਾ ਉਹਦੇ ਕਰਕੇ ਇੱਥੇ, ਉਹਦੇ ਕਰਕੇ ਉੱਥੇ, ਨਾ। ਮੈਨੂੰ ਇਹ ਲੱਗਦਾ ਕਿ ਜੋ ਵੀ ਤੁਸੀਂ ਕਰੋ ਲਾਈਵ ਸ਼ੋਜ਼ ਦੇ ਅੰਦਰ ਬੇਸਿਕਲੀ ਲੋਕ ਤੁਹਾਨੂੰ ਦੇਖਣ ਆਣ, ਕਿਸੇ ਕਰਕੇ ਤੁਹਾਨੂੰ ਨਾ ਦੇਖਣ ਆਣ, ਤੇ ਉਹ ਇਹ ਇਕੱਲਾ ਕਰੇਗਾ ਤਾਂ ਜ਼ਿਆਦਾ ਬੈਟਰ ਰਹੇਗਾ। ਚਲੋ ਗੁੱਡ ਹੈ, ਗੁੱਡ ਹੈ। ਤੇ ਗੁਰਨਜ਼ਰ ਵੀਰੇ, ਅੱਜ ਤੁਸੀਂ ਸਾਡੇ ਲਈ ਕੁਝ ਮਿੰਟ ਕੱਢੇ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ। ਤੇ ਅੱਜ ਤੁਸੀਂ ਜਲਦਬਾਜ਼ੀ ਦੇ ਵਿੱਚੋਂ, ਅਗਲੀ ਵਾਰੀ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਹੁਣ ਫਿਲਹਾਲ ਨੂੰ ਅੱਗੇ ਗੱਲਾਂ ਬਾਤਾਂ ਦਾ ਕਾਰਵਾ ਕੁਸ਼ਾਗਰ ਨਾਲ ਕਰਦੇ ਹਾਂ। ਬਿਲਕੁਲ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੱਸੀ ਭਾਜੀ। ਕਹਿੰਦੇ ਕਿ ਕੋਲੇ ਦੀ ਕਾਲਖ ਚੋਂ ਰਗੜਾਂ ਖਾ ਖਾ ਬਣਦਾ ਹੀਰਾ। ਤੁਹਾਡੀਆਂ ਉਹ ਵੀਡੀਓਜ਼ ਤਾਂ ਮੈਂ ਬਹੁਤ ਵਾਰ ਦੇਖੀਆਂ, ਜਦੋਂ ਤੁਸੀਂ ਅਨਪਲੱਗਡ ਗਾ ਕੇ ਪਾ ਦਿੰਦੇ ਹੁੰਦੇ ਸੀ, ਟਿਕਟੌਕ ਤੇ ਪਾ ਦਿੰਦੇ ਸੀ, ਇੰਸਟਾਗ੍ਰਾਮ ਤੇ ਪਾ ਦਿੰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਹੌਲੀ ਦਿਨ ਗੁਜ਼ਰਦੇ ਗਏ, ਅੱਜ ਇਹ ਦਿਨ ਆਇਆ। ਪਰ ਜੇ ਮੈਂ ਹੁਣ ਤੱਕ ਦੀ ਜਰਨੀ ਦੇ ਸਭ ਤੋਂ ਔਖੇ ਦਿਨ ਪੁੱਛਾਂ, ਸਭ ਤੋਂ ਟਫ ਦਿਨ, ਉਹ ਦਿਨ ਕੀ ਸੀ? ਕੀ ਚੱਲ ਰਿਹਾ ਸੀ ਉਦੋਂ ਮਾइंड ਦੇ ਵਿੱਚ? ਜੇ मैं औखे दिन पूछा कुशागर ਲਈ ਕਿਹੜੇ ਹੋਣਗੇ? भाई मैं ऑनेस्टली बताऊं तो मेरी लाइफ में ना काफ़ी जल्दी चीज़ें हो गई। हाँ, मतलब जब मैंने वीडियोस डालनी शुरू करी तो ज़्यादा भी मेरे को टाइम नहीं लगा, मेरी बहुत जल्दी ही वीडियोस वायरल हो गई। उसके बाद और बढ़ता ही चला गया, कभी भी स्टैग्नेंट पॉइंट नहीं आया अभी तक, थैंकिंग गॉड अभी तक नहीं आया। सो अभी तक मैंने ना स्ट्रगल देखा, ना हसल देखा, मैंने अभी तक कुछ भी नहीं देखा है। आई एम नॉट अफ्रेड कि मैं डर नहीं रहा कि आगे मैं नहीं देख पाऊँ या ना ही देखूँ यार, ऐसा कुछ भी नहीं है मेरे दिमाग में। बट अभी तक कोई टफ दिन या वैसा अभी तक कुछ नहीं आया, सब कुछ अच्छा चल रहा है। बट मेरे को मेरे पापा हमेशा एक बात कहते हैं, जब भी मैं पाजी गुरनज़र पाजी से भी पूछता हूँ कि पाजी यार मैंने कभी स्ट्रगल नहीं देखा लाइफ में, तो क्या है आगे, मतलब क्यों ऐसा है? तो मेरे पापा भी हमेशा कहते हैं मेरे को कि वो लोग बहुत खुशनसीब होते हैं जिनको लाइफ में स्ट्रगल देखने को मिलता है, क्योंकि भगवान ने उनको उस लायक समझा है कि इसको अगर हम ऐसी सिचुएशन देंगे तो उसके साथ एक कोप अप कर सकता है। तो अपने आप को हमेशा खुशनसीब समझना, अगर आगे स्ट्रगल आए भी तो भी और नहीं आए तो भी, तो हमेशा तैयार रहना। तो आई एम रेडी कि आगे अगर कोई टफ टाइम आता है तो। ਕੁਸ਼ਾਗਰ ਵੀਰੇ, ਹੁਣ ਤੱਕ ਤੁਹਾਡੇ ਬਹੁਤ ਸਾਰੇ ਅਨਪਲੱਗਡ ਸੁਣੇ ਹੈ। ਜੇ ਮੈਂ ਇੰਨੇ ਅਨਪਲੱਗਡ ਦੇ ਵਿੱਚੋਂ ਇਹ ਪੁੱਛਾਂ ਕਿ ਕਿਹੜਾ ਸਭ ਤੋਂ ਜ਼ਿਆਦਾ ਸੁਪਰ ਹਿੱਟ ਗਿਆ, मतलब जिदा रिस्पॉन्स सब तो ज्यादा आया, वो केड़ा रहा? सबसे ज्यादा भाजी मैंने एक बनाया था स्टूडियो कवर बनाया था रील पे, क्यों मैं जागू गाना था वो। अच्छा। तो वो मैंने ऐसे शुरू किया था, राहें सीजन की मंजिल, वो वाला बहुत चला था मेरा। गिटार कोड़े पे है ताजो। यस। राहें सीजन की मंजिल ही नहीं, ढूंढो मुझे अब मैं रहता हूँ वहीं, दिल है कहीं और धड़कन है कहीं, सांसें हैं मगर क्यों जिंदा मैं नहीं, क्यों मैं जागूं और वो सपने वो रहा है, क्यों मेरा रब यूं आंखें खोले सो रहा है। थैंक यू सो मच भाई। अरे वाह कुशागर, ਤੁਸੀਂ ਬਹੁਤ ਵਾਰ ਰਿਐਲਿਟੀ ਸ਼ੋਅ ਦਾ ਹਿੱਸਾ ਬਣੇ। ਜੇ ਮੈਂ ਰਿਐਲਿਟੀ ਸ਼ੋਅ ਜਾਂ ਤੁਹਾਡੇ ਅਨਪਲੱਗਡ ਦਾ ਇਹ ਸਫ਼ਰ ਰਿਹਾ, ਕਈ ਸਾਲਾਂ ਦਾ ਸਫ਼ਰ ਰਿਹਾ, ਜੇ ਮੈਂ ਇਹ ਪੁੱਛਾਂ ਹੁਣ ਤੱਕ ਦਾ ਬੈਸਟ ਕੰਪਲੀਮੈਂਟ ਕਿਹੜਾ ਰਿਹਾ जो कुशागर ਨੂੰ याद रहेगा, यार किसी के एहसास मेरे लिए ऐसे थे? बेस्ट कॉम्प्लीमेंट भाई मैं बताता हूँ, मेरे को यूट्यूब पे एक दिन मैं स्क्रॉल कर रहा था अपने कमेंट्स, तो मेरे को एक कमेंट आया, एक लड़की ने कमेंट किया हुआ था कि मेरे पापा की तबीयत बहुत ख़राब थी, वो कैंसर से रिकवर हुए थे वापस। अच्छा। तो वो बहुत गुमसुम से रहते थे, बहुत मतलब खोए से रहते थे, तो उनको मतलब एक दिन उन्होंने, मैं स्क्रॉल कर रही थी आपके गाने, तो उनके कान में आपकी आवाज पड़ी, तो उन्होंने पूछा ये कौन है। अच्छा। फिर उस दिन से उन्होंने आपके गाने देखने शुरू कर दिए। अच्छा। उसके बाद उनकी हेल्थ में मतलब बेटरमेंट आने लगी,
तो ये कमेंट मेरे को बड़ा अच्छा लगा था कि मतलब मेरी आवाज़ सुन के कोई अपनी सेहत अच्छी, किसी की सेहत अच्छी हो रही है तो इससे बड़ी बात मेरे लिए क्या हो सकती है। यस, बेस्ट कॉम्प्लीमेंट था मेरे लिए। ਕੁਸ਼ਾਗਰ ਇਹ ਗੱਲ ਤਾਂ ਤੁਸੀਂ ਵੀ ਮੰਨਦੇ ਹੋਵੋਗੇ ਕਿ ਬਹੁਤ ਲੋਕ ਐਸੇ ਹੈ ਜਿਨ੍ਹਾਂ ਦੀ ਉਮਰ ਗੁਜ਼ਰ ਜਾਂਦੀ ਹੈ ਹਾਂਜੀ। ਪਰ ਉਹਨਾਂ ਨੂੰ ਬ੍ਰੇਕ ਨਹੀਂ ਮਿਲਦੀ। ਬਿਲਕੁਲ ਭਾਈ। ਹਾਂ, ਉਹਨਾਂ ਨੂੰ ਪਲੇਟਫਾਰਮ ਜਾਂ ਸਹੀ ਪਲੇਟਫਾਰਮ ਜਾਂ ਕਿਸਮਤ ਦੀ ਗੱਲ ਸਮਝ ਲਓ ਜਾਂ ਕਿਵੇਂ ਵੀ, ਤੇ ਜਦੋਂ ਤੁਸੀਂ ਆਪਣੇ ਵੱਲ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੁੰਦਾ ਯਾਰ ਕਿ ਸ਼ੁਕਰ ਹੈ ਗॉड ਦੀਆਂ ਬਲੇਸਿੰਗਸ ਨੇ ਮੈਨੂੰ ਸਹੀ टाइम 'ਚ। 100% लगता है भाजी, मेरे को 100% लगता है। और एक बात मैं कहना चाहूंगा कि आप चाहे बहुत बड़े बन जाओ तब भी मेहनत करो, आप चाहे बहुत छोटे हो तब भी मेहनत करो, औहदे में भी उम्र में भी, उससे कोई फर्क नहीं पड़ता। मेहनत आपको हमेशा अपनी पूरी लाइफ में करनी ही पड़ेगी, आप कभी रुक नहीं सकते। चाहे आप बहुत बड़े स्टेज पे पहुंच जाओ, चाहे बहुत नीचे हो, उससे फर्क नहीं पड़ता। तो मेरे को अभी भगवान ने थैंकफुली बहुत कुछ दे दिया मेरे मम्मी पापा की ब्लेसिंग्स की वजह से। बट इसका मतलब ये नहीं कि अब मैं अपनी मेहनत में थोड़ी कमी ला दूं कि अब तो चलो मिल ही गया है। बट मेहनत मेरे को हमेशा उतनी ही करनी है, हार्डवर्क उतना ही रखना पड़ेगा। तो जो लोग ये कहते हैं कि जो लोग सिंगर होते हैं ना, खासतौर पे सिंगर वाली कला होती है जिनमें सिंगिंग की कला होती है, कह रहे कि उनकी पढ़ाई के साथ ज्यादा बनती नहीं है। कुशागर की कितनी बनी? मेरी तो बनी, गुरुनजर की भी नहीं थी बहुत ज्यादा पढ़ाई के साथ। कुशागर की कितनी बनी? मैं पाजी मतलब ठीक रहा हूँ, बढ़िया रहा हूँ पढ़ाई में। मेरे बैक बेंचर या मिडिल? नहीं था, मैं बैक बेंचर ही, बट नंबर मेरे अच्छे आते थे। 92% मेरे 10th में थे, 96-97% मेरे 12th में। अच्छा। हाँ जी, हाँ। बट मेरे को उतना कोई मतलब नहीं था पढ़ाई से, मतलब अच्छी लगती थी क्योंकि मेरे पापा प्रोफेसर है, मम्मी भी टीचर है, तो उस करके थोड़ा मतलब मैं तेज था पढ़ने में। इतने परसेंट मार्क्स लेने के बाद तो मुझे लग रहा है कुशागर तेरे को ज्यादा सुनना पड़ा होगा घर वालों की वजह से, है ना? घर वालों ने बहुत सुनाया, और तू ये छोड़, तू ये कर ले, और तू इसमें एडमिशन ले ले। नहीं, कभी भी मेरे घर वालों ने कभी मुझे बचपन से लेकर आज तक, जब मैंने डिसाइड कर लिया था कि मेरे को सिंगर बनना है, तब से लेकर आज तक कभी भी मम्मी पापा ने मेरे को फोर्स नहीं, बात ये नहीं कुशागर, अगर तो 47, 40, 50% मार्क्स रहते हैं तो पेरेंट्स बोल देते हैं अरे तेरे मार्क्स भी कम आ रहे, चल तू इधर ही निकल जा, सिंगिंग में निकल जा। तेरे तो 92% मार्क्स आ रहे हैं ना, तो पेरेंट्स तब चिंता में हो जाते, यार अच्छे नंबर ले रहा और ये कहां घुसा जा रहा, इसको इसमें फिट करो, इसमें फिट करो, ये नहीं रहता था? नहीं। अच्छा, हाँ जी। अरे वाह यार। अच्छा, अगर मैं ये बात करूं कि जितनी बार कुशागर को मौका मिला महफिल बांधने का, लाइव शोज करने का, सबसे ज्यादा रिपीट पे गाया जाने वाला गाना कौन सा रहा है कुशागर की? जिए तो जिए कैसे गाना है, वो मेरे को बड़ा परेशान करते हैं सारे। हाँ, वो गाना बार बार सुनते हैं सब, जब भी महफिल लगती है या सब साथ में बैठते हैं तो वो गाना। कारण बाकी भी तो अनप्लग्ड गाए, एक गाना सुन, पता नहीं वो कनेक्ट हो जाते हैं सारे, फीलिंग ज्यादा इस गाने से। हाँ, तो इस करके बहुत सुनते हैं। ऐसी फीलिंग आप भी चाहेंगे अपने शो च आवे। यस, कैसे कहूँ बिना तेरे जिंदगी क्या होगी, कैसे कहूँ बिना तेरे जिंदगी क्या होगी। जैसे कोई सजा कोई बद्दुआ होगी, जैसे कोई सजा कोई बद्दुआ होगी। मैंने किया है ये फैसला, जीना नहीं है तेरे बिना। हाँ, जिए तो जिए कैसे, हाय बिन आपके। बहुत ही खूब। मैं ना ਕੁਸ਼ਾਗਰੀ ਗੱਲ ਸੋਚ ਰਿਹਾ ਸੀਗਾ ਜਦੋਂ ਨਾ DDLJ ਫਿਲਮ ਆਈ ਸੀ। ਹਾਂਜੀ, DDLJ ਫਿਲਮ ਦੇ ਵੇਲੇ ਕੀ ਸੀਗਾ ਕਿ ਸ਼ਾਹਰੁਖ ਖਾਨ ਨੇ ਨਾ ਇੱਕ ਉਹ ਗਿਟਾਰ ਹੁੰਦਾ ਕਿ ਮੈਂਡੋਲਿਨ ਫੜਿਆ ਹੁੰਦਾ, ਤਾਂ ਮਤਲਬ ਨਾ ਇਹ ਕਹਿ ਲਾ ਕਿ ਕੁੜੀਆਂ ਤੇ ਨਾ ਵੈਸੇ ਹੀ ਇੰਪ੍ਰੈਸ਼ਨ ਬਹੁਤ ਹੋ ਜਾਂਦਾ ਯਾਰ ਕਿ ਵੀ ਯਾਰ ਮੈਂਡੋਲਿਨ, ਤੇ ਤੈਨੂੰ ਤਾਂ ਵਾਕਈ ਵਜਾਣਾ ਆਉਂਦਾ ਹੈ, ਤੇ ਮੈਨੂੰ ਲੱਗਦਾ ਇਹ इंप्रेस बहुत होती होनी कुड़ी। भाई मेरे से ना ये सवाल सारे पूछते हैं, बट मैं सबको बताना चाहता हूँ कि ऐसा आज तक कभी तो हुआ नहीं अभी तक। अच्छा, आगे पता नहीं हो या ना हो, बट अभी तक तो ऐसा कुछ नहीं हुआ। अच्छा, अच्छा, साडे वर्गे वही सोची जाते हैं कि गिटार ना फोटो क्या कुड़ी इंप्रेस ज्यादा मिथ ही है, ऐसा कुछ नहीं होता। आए हाय। ते अच्छा, जे मैं हुण जिवें गल उस टाइम दी चली है, स्कूल टाइम दे विच सब तो ज्यादा ਕਿਹੜੇ ਗਾਣੇ ਦੇ ਲਈ ਕੁਸ਼ਾਗਰ ਨੂੰ ਇਹ ਕਿਹਾ ਜਾਂਦੇ ਕੁਸ਼ਾਗਰ ਉਹ ਵਾਲਾ ਗਾਣਾ ਸੁਣਾਓ?
कौन सा होता? स्कूल में भाई मैंने फर्स्ट गाना जो गाया था वो था अल्लाह के बंदे, कैलाश खेर जी का जो गाना है, तो उससे मैंने शुरू ही किया था गाना, और सबसे ज्यादा मैंने स्कूल में गाया, मतलब हर इवेंट में वही गाना मेरे से सबसे पहले गवाते थे कि तू ये गाना तो गाई। अच्छा। हाँ, तो वो गाना था जो। और मुझे लग रहा है वही टाइम होता है जब पंजाबी च कहंदे हुंदे कि उदों चिणक लगदी है बंदे नूं कि यार हाँ मैं कर सकदा है, मुझे यही करना है, तो उस वो पहली चिणक थी, है ना? हाँ जी, हाँ जी। अरे वाह, अल्लाह के बंदे दी भी गल होई है, 2 लाइनां ओदी भी हो जाण। आ थोड़ा एक ना अखाड़ा आज इत्थे ला देना थोड़ा। आ जाओ। टूटा टूटा एक परिंदा ऐसे टूटा कि फिर उड़ ना पाया, हो लूटा लूटा किसने उसको ऐसे लूटा कि फिर उड़ ना पाया। गिरता हुआ वो आसमां से आकर गिरा जमीन पर, ख्वाबों में फिर भी बादल ही थे, वो कहता रहा मगर के अल्लाह के बंदे हंस दे, अल्लाह के बंदे, अल्लाह के बंदे हंस दे, जो भी हो कल फिर आएगा, अल्लाह के बंदे हंस दे, अल्लाह के बंदे, अल्लाह के बंदे हंस दे, जो भी हो कल फिर आएगा। यस। कुशागर ਜਦੋਂ ਲਾਈਵ ਸ਼ੋ ਤੁਸੀਂ ਕਰਦੇ ਹੁੰਨੇ ਹੋ, ਦੇਖੋ ਕਹਿੰਦੇ ਆ ਨਾ ਕਿ ਜਿੱਦਾਂ ਦੇ ਲੋਕ ਜਿਸ ਰੰਗ ਦੇ ਵਿੱਚ ਹੁੰਦੇ ਆ, ਤੁਸੀਂ ਸਟੇਜ ਤੇ ਹੋ ਤਾਂ ਤੁਸੀਂ ਵੀ ਉਦਾਂ ਦੇ ਰੰਗ 'ਚ ਰੰਗ ਜਾਓ, ਜਾਂ ਤਾਂ ਉਹਨਾਂ ਨੂੰ ਤੁਸੀਂ ਆਪਣੇ ਰੰਗ 'ਚ ਰੰਗ ਲਓ ਜਾਂ ਤੁਸੀਂ ਉਹਨਾਂ ਦੇ ਰੰਗ 'ਚ ਰੰਗੇ ਜਾਓ। ਜੇ ਕੁਸ਼ਾਗਰ ਹਿੰਦੀ ਪੰਜਾਬੀ Song ਗਾ ਲੈਂਦਾ, ਜੇ ਕਿਸੇ ਹੋਰ ਸਟੇਟ ਦੇ ਵਿੱਚ ਜਾਂਦਾ ਹੈ ਜਿੱਥੋਂ ਦੀ ਰੀਜਨਲ ਲੈਂਗੁਏਜ ਕੁਝ ਹੋਰ ਹੈ, ਤੇ ਕੁਸ਼ਾਗਰ ਦਾ ਦਿਲ ਕਰਦਾ ਹੁੰਦਾ ਯਾਰ ਮੈਂ ਇਹਨਾਂ ਦੀ ਲੈਂਗੁਏਜ ਦਾ ਕੋਈ ਗਾਣਾ ਗਾਵਾਂ। ਜੇ ਕਿਤੇ ਵੀ ਕਿਸੇ ਹੋਰ ਸਟੇਟ 'ਚ ਜਾਣ ਦਾ ਮੌਕਾ ਮਿਲਿਆ, ਹਿੰਦੀ ਪੰਜਾਬੀ ਤੋਂ ਇਲਾਵਾ ਕਿਹੜੀ ਲੈਂਗੁਏਜ ਨੂੰ ਜ਼ਿਆਦਾ गाया है? भाई मैं हरियाणवी गाना चाहूंगा फिर। अच्छा, अगर ऐसा मेरे को मौका मिलता है तो वैसे गाया अपने लाइव शो में हरियाणवी कभी? नहीं, लाइव शोज तो मैंने अभी उतने शुरू किए नहीं, बट हरियाणवी हाँ जी वैसे गाया है। आज फिर हरियाणवी केड़ा होगा? आपको थोड़ा थोड़ा डांस करना पड़ेगा फिर। आ जाओ। सही है। हो तेरी आँख्या का ओ काजल, हो मन करे से छोरी घायल, हो तू सहज सहज पातर ले, हो मेरा दिल धड़कावे पायल, हो मन पल 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 याद तेरी तड़पावे से, हाय तेरा रूप जिगर में रड़ के आग लगावे से, तेरी आँख्या का काजल, हो मन करे से छोरी घायल। क्या ही बात है यार कुशागर, वाकई जान आ जाती है। अच्छा जी, मैं ये गल पूछा कि हुण स्टॉक गाने तो बाद दोबारा उस स्कूल च गए हो जिथे पढ़ाई की? नहीं, अभी तक नहीं गया भाई। अभी तक नहीं गया? मैं जब स्टॉक रिलीज हुआ तब से अभी तक यही हूँ मैं, अभी देहरादून गया नहीं, बट जाऊंगा मैं वापस। वहां से कॉल्स और मैसेजेस काफी सारे भाई, टीचर्स के आए, स्टूडेंट्स के आए, काफी सारे, कुछ पियोन्स के भी आए, मेरे को कॉल्स आए। अच्छा। हाँ जी, तो मेरे को बड़ा अच्छा लगा। इस बार जदों एंट्री होएगी थोड़ी स्कूल यार ओदी खुमारी अलग होएगी कुशागर है भाई जी, बड़े, क्योंकि जो बोलते थे कि नहीं होगा या तू पढ़ाई पे ही ध्यान दे, उतना अच्छा नहीं है, तो उनको भी मैं कुछ बोलूंगा नहीं, बट उनको भी देख के लगेगा ही। बाकी कोई मलाल नहीं है, मतलब उनके लिए कोई वो नहीं है, बट फिर भी यस। बाकी दोस्तों ने जिन्होंने सपोर्ट किया मुझे आज तक, अभी तक, उनसे मिलूंगा तो बहुत अच्छा लगेगा। यस। कुशागर ਤੁਹਾਨੂੰ मौका मिलिया बहुत सारे सिंगिंग रियलिटी शो ਦਾ ਹਿੱਸਾ ਬਣਨ ਦਾ, ਅਗਰ ਮੈਂ सिंगिंग रियलिटी शो ਦੇ ਸਫ਼ਰ ਦੇ ਵਿੱਚ बेस्ट मोमेंट ਦੀ ਗੱਲ ਪੁੱਛਾਂ, बेस्ट मोमेंट क्या था? सिंगिंग रियलिटी शो दी भाई वही जो कभी नहीं भूला जा सकता यार, बेस्ट मोमेंट, उस दिन रात को नींद भी ना आई हो जाए। पहले ही मेरा ऑडिशन था जो फर्स्ट टीवी राउंड होता है, तो उसमें बहुत नर्वस था मैं, क्योंकि बहुत लेट तक चलता है वो, तो मेरा बिल्कुल लास्ट नंबर था, 1:30-2 बजे मेरा नंबर आया। अच्छा। तो गला उस टाइम थोड़ा ना वो हो जाता है, मतलब ड्राई हो जाता है, क्योंकि रात भर जगे रहते थकान की वजह से, तो मैं बहुत डरा हुआ था कि यार क्या होगा क्या नहीं होगा। बट जब मैंने गाया, मैंने मतलब आंख बंद करके गा दिया, और जब मैंने गाया तो देखा मैंने जूरी ने 100% मेरे को वोट्स दिए और सबने स्टैंडिंग ओवेशन दिया। अच्छा। तो वो मोमेंट मेरे से कभी नहीं भूला जाएगा। उस दिन केड़ा गाना गाया सी? एक वारिया गाया था। एक वारिया केड़े वाला भला? राबता मूवी का। एक वारिया भी जायारा, वेरी गुड यार। ते जे मैं पूछा कि हुण तक जिन्ने अनप्लग्ड गाए है, हाँ जी, जेड़े आर्टिस्ट दे
ਅਨਪਲੱਗਡ ਕੁਸ਼ਾਗਰ ਨੇ ਗਾਏ, ਹਾਂਜੀ। ਕਿਹਨਾਂ ਨੇ ਰਿਸਪੌਂਸ ਵੀ ਕੀਤਾ, ਰਿਸਪੌਂਡ ਕੀਤਾ ਤੁਹਾਡੇ ਗਾਣੇ ਦੇ ਉੱਤੇ? ਤੁਹਾਨੂੰ ਯਾਦ ਹੈ ਕਿਹੜੇ आर्टिस्ट? हाँ जी, मेरे को जहाँ तक याद है भाजी, काफियों ने किया, मिलन पाजी ने किया, जस्सी पाजी ने किया है, बीबराग पाजी ने किया है, एंड दर्शन पाजी ने किया है, एंड भुवन बाम, उनके भी 2-3 सिंगल्स आए थे, वो भी मैंने कवर किया था, तो उन्होंने भी किया था। अंकित तिवारी सर ने किया है, काफियों ने किया। एंड काफ़ी हम्बल हैं सब। मैंने जिन दिन से बात करी उन्होंने मेरे से चैट पे भी बात करी, ब्लेसिंग्स दी अपनी, सो एवरीवन इज वेरी हम्बल। ਇੱਕ ਤਾਂ ਤੁਹਾਡਾ ਤੁਸੀਂ ਇੰਸਟਾਗ੍ਰਾਮ ਤੇ ਪਾਇਆ ਵੀ ਸੀ ਬੀ ਪ੍ਰਾਕ ਭਾਜੀ ਉਹਨਾਂ हाँ जी, हाँ जी। ਉਹ ਕਿਵੇਂ ਵਾਕਿਆ ਬਣਿਆ ਸੀਗਾ? मन भरिया वो हमारे मतलब निखिल सर जो हैं EYP के ओनर, उनके रिलेशन अच्छे हैं, तो उन्होंने मेरे को मिलाया था, तो तब हमने कवर बनाया था। ਆਏ ਅਬ ਉਹ ਨਾ ਹੋਣਾ ਚਾਹੀਦਾ ਯਾਰ, ਇੱਕ ਵਾਰੀ ਆ ਜਾਓ। ਤੂੰ ਸਭ ਜਾਣਦਾ ਏ ਮੈਂ ਛੱਡ ਨਹੀਂ ਸਕਦੀ ਤੈਨੂੰ, ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੇ ਮੈਨੂੰ। ਤੂੰ ਸਭ ਜਾਣਦਾ ਏ ਮੈਂ ਛੱਡ ਨਹੀਂ ਸਕਦੀ ਤੈਨੂੰ, ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੇ ਮੈਨੂੰ। ਅਗਲੇ ਜਨਮ ਵਿੱਚ ਅੱਲਾ ਐਸਾ ਖੇਲ ਰਚਾ ਕੇ ਭੇਜੇ ਮੈਨੂੰ, ਤੂੰ ਬਣਾ ਕੇ ਭੇਜੇ ਤੈਨੂੰ ਮੈਂ ਬਣਾ ਕੇ ਭੇਜੇ, ਤੇ ਫਿਰ ਤੈਨੂੰ ਪਤਾ ਲੱਗਣਾ ਕਿਵੇਂ ਪੀਤਾ ਜਾਂਦਾ ਪਾਣੀ ਖਾਰਾ ਖਾਰਾ, ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ। ਬਹੁਤ ਖੂਬ, थैंक यू सो मच। ਕੁਸ਼ਾਗਰ ਜਦੋਂ ਬੰਦਾ ਸਟਾਰਟਿੰਗ ਦੇ ਵਿੱਚ हाँ जी, ਆਪਣੇ ਪੈਸ਼ਨ ਨੂੰ ਫੋਲੋ ਕਰਦਾ ਹੈ, जी, ਜਦੋਂ ਕੁਸ਼ਾਗਰ ਨੂੰ ਇਹ ਹੋ ਗਿਆ ਮੈਂ ਤਾਂ ਇਹੀ ਪ੍ਰੋਫੈਸ਼ਨ ਚੁਣਨਾ ਹੈ ਔਰ ਮੈਂ ਅੱਗੇ ਵਧਣਾ ਹੈ, ਫਿਰ ਕੀ ਹੁੰਦਾ ਕਿ ਜਿਨ੍ਹਾਂ ਦੇ ਗਾਣੇ ਗਾ ਰਿਹਾ ਹੁੰਦਾ ਫਿਰ ਬੰਦਾ ਉਹਨਾਂ ਦਾ ਲੈਵਲ ਦੇਖਣ ਲੱਗ ਜਾਂਦਾ ਹੈ। हाँ। ਜਿਵੇਂ ਕੁਸ਼ਾਗਰ ਨੂੰ ਅੱਜ ਦੀ ਡੇਟ 'ਚ ਪੁੱਛਾਂ, कुशागर कौन से दिन अपनी लाइफ में चाहता है कि यार मेरी लाइफ में ये दिन आए, वो कौन से होंगे? उसमें क्या हो रहा होगा? उसमें भाजी यही हो रहा होगा कि मैं कोई बहुत बड़ा गाना हिट दे चुका हूँ, हाँ। और मैं कुछ लाइंस गा के उसकी चुप हो जाऊंगा और फिर ऑडियंस मेरे साथ होगा। हाय हाय, क्या ही बात है, क्या ही बात है। ये दिन मैं चाहता हूँ मेरी लाइफ में। और ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਅੱਜ ਤੋਂ ਬਾਅਦ ਆਪਣਾ ਲਾਈਵ ਸ਼ੋ ਕਦੇ ਵੀ ਕਿਤੇ ਵੀ ਲਾ ਰਹੇ ਹੋਵੋਗੇ, ਸਟਾਕ ਗਾਣੇ ਦੀਆਂ ਜੇ ਤੁਸੀਂ 2 ਲਾਈਨਾਂ ਗਾਓਗੇ 2 ਲਾਈਨਾਂ ਦਾ ਰਿਸਪੌਂਸ ਆਊਗਾ 100% ਭਾਜੀ। ਯੈਸ। ਅੱਛਾ, ਸਟਾਕ ਗਾਣੇ ਤੇ ਆਪਾਂ ਗੱਲ ਤਾਂ ਕਰ ਲਈ। ਦੇਖੋ, ਗਾਣਾ ਉਹੀ ਉਚਾਈਆਂ ਤੱਕ ਜਾਂਦਾ ਹੈ ਜਿਹਦੇ ਸਥਾਈ ਤੋਂ ਬਾਅਦ ਅੰਤਰੇ ਦਾ ਵੀ ਲੈਵਲ ਉਸ ਤੋਂ ਉੱਪਰ ਹੋਵੇ, ਸਥਾਈ ਤੋਂ ਵਰਡਿੰਗ 'ਚ ਇੰਨਾ ਦਮ ਹੋਵੇ। ਜਦੋਂ ਮੈਂ ਸਟਾਕ ਗਾਣਾ ਸੁਣਿਆ ਤਾਂ ਮੈਨੂੰ ਵਾਕਈ ਫੀਲਿੰਗ ਲੱਗੀ ਹੋ ਉਸ ਗਾਣੇ ਦੀ। ਜੇ ਆਪਾਂ ਇਸ ਦਾ ਬੈਸਟ ਅੰਤਰਾ ਪੁੱਛੀਏ, ਤੁਹਾਡਾ ਬੈਸਟ ਅੰਤਰਾ ਕਿਹੜਾ ਹੈ? ਮੈਨੂੰ ਪਹਿਲਾ ਵਾਲਾ ਅੰਤਰਾ ਸਭ ਤੋਂ ਬੈਸਟ ਲੱਗਦਾ, ਕੰਨਾਂ ਉੱਤੇ ਲਾ ਕੇ ਹੈਡਫੋਨਸ ਹੋਣੀ। ਆਏ ਆ ਜਾਓ ਚੱਕੋ ਗਿਟਾਰ। ਯੈਸ। ਹੋ ਕੰਨਾਂ ਉੱਤੇ ਲਾ ਕੇ ਹੈਡਫੋਨ ਸੁਣੀਏ, ਮੈਨੂੰ ਪਤਾ ਕਿਹੜੇ ਕਿਹੜੇ ਗਾਣੇ ਸੁਣਦੀ, ਕੁਝ ਗਾਣੇ ਸੁਣਦੀ ਐ ਅੱਜ ਕੱਲ ਦੇ ਤੇ ਕੁਝ ਗਾਣੇ ਅੱਜ ਵੀ ਪੁਰਾਣੇ ਸੁਣਦੀ। ਨੀ ਤੱਕ ਤੈਨੂੰ ਗੱਡੀਆਂ ਵੀ ਰੁਕ ਜਾਂਦੀਆਂ, ਕਰੋਸ ਜਦੋਂ ਕਰਕੇ ਤੂੰ ਚੌਕ ਨਿਕਲੇ, ਹਾਰਟ ਬੀਟ ਵੱਧ ਜਾਂਦੀ ਵੇਖ ਮੁੰਡੇ ਦੀ, ਮੁੰਡਾ ਤੈਨੂੰ ਕਰਨ ਸਟਾਕ ਨਿਕਲੇ। ਤੂੰ ਰੋਜ਼ ਸ਼ਾਮੀ ਵਾਕ ਤੇ ਜਦੋਂ ਨਿਕਲੇ, ਲੈ ਕੇ ਤੇਰੇ ਡੌਗ ਨੂੰ ਜਦੋਂ ਨਿਕਲੇ, ਹਾਰਟ ਬੀਟ ਵੱਧ ਜਾਂਦੀ ਦੇਖ ਮੁੰਡੇ ਦੀ, ਮੁੰਡਾ ਤੈਨੂੰ ਕਰਨ ਸਟਾਕ ਨਿਕਲੇ। ਬਹੁਤ ਵਧੀਆ। ਕੁਸ਼ਾਗਰ ਕੀ ਆਪਣੇ ਡੇਲੀ ਦੇ ਰੂਟੀਨ ਦੇ ਵਿੱਚ ਹਾਂਜੀ ਭਾਈ ਕੋਈ ਐਸੇ ਸ਼ਬਦ ਹੁੰਦੇ ਆ ਜਿਹੜਾ ਕੁਸ਼ਾਗਰ ਲਿਖ ਲੈਂਦਾ, ਯਾਰ ਮੁਝੇ ਨਾ इस पे गाना बनाना मेरे को, या कोई लाइन अच्छी लगती है, कोई गुजर रहा है यार दोस्तों से बैठा, किसी ने कुछ बोल दिया या याद आ यार ये तो लाइन बड़ी प्यारी है यार, ये मैं लिख लूं? हाँ जी, कभी कभी कोई बोल भी देता है तब भी लिख लेता हूँ, कभी कभी दिमाग में एकदम से आ जाती है तो भी ये तो चलता रहता है, मतलब आर्टिस्ट की लाइफ में नॉर्मल है ना। ये सब लिखते रहे, क्योंकि अगर आप देखिए ना, देखो मतलब ਕੁੜੀ ਦੇ ਹੁਸਨ ਦੇ ਉੱਤੇ, ਗਹਿਣਿਆਂ ਦੇ ਉੱਤੇ ਬਹੁਤ ਗਾਣੇ ਹੈਗੇ ਹੈ। ਸੋ ਇਸ ਕਰਕੇ या अपने यारों दोस्तों में जो जिਵੇਂ अत तो सिरा ये वर्ड बहुत चले, कैंट बड़ा, तो लोगों को ये लगा यार इस पे गाने आए भी हैं, तो इसका मतलब कुशागर की डायरी में भी ऐसे शब्द हैं जिसपे वो सोच रहा है गाने आए। हाँ जी, अच्छा आएंगे उस पे? हाँ जी बिल्कुल आएंगे। तो ਕੁਸ਼ਾਗਰ ਲਿਖਣ ਦਾ ਵੀ ਸ਼ੌਕ ਰੱਖਦਾ ਹੈ ਜਾਂ ਉਹਨੂੰ ਇਹ ਹੁੰਦਾ ਕਿ ਯਾਰ ਮੈਂ ਕਿਸੇ ਨੂੰ ਕਵਾਂ ਜਿਹਦੇ ਕੋਲ ਇੱਕ ਕਲਾ ਹੈਗੀ ਲਿਖਣ ਦੀ, ਯਾਰ ਉਹਦੀ ਸਪੋਰਟ ਲਈ?
हाँ पाजी, शौक तो पहले नहीं था। अभी जैसे मैं नज़र भाई से मिला तब मेरे को बोला भी काफ़ी लोगों ने, तो तब मैंने डेवलप करना शुरू किया। मैंने कुछ गाने लिखे भी हैं आगे, बट अगर मेरे आगे मतलब अगर नहीं होता है बढ़िया तो मैं नहीं ज़्यादा मतलब मैं कोशिश करता रहूँगा लिखने की, बट डेफिनेटली क्योंकि मैंने अभी ही लिखना शुरू किया है तो मेरे से बहुत ज़्यादा लोग जो पहले से लिख रहे हैं वो अच्छा ही लिखते होंगे, तो मैं उनको ही प्रेफर करूँगा कि मैं उनसे लूँ। बट मैं अभी नया ही डेवलप ही किया है अभी शौक, तो धीरे धीरे करके वो बेटर होगा। यस। अच्छा, गुरनज़र दे मिलन तो पहला, हाँ जी, गुरनज़र दे मिलन तो पहला किन्ने के धक्के खादे? मैं वही पाजी आपको बता रहा था कि धक्के तो मैंने कभी खाए नहीं, मेरे को मतलब कुछ था ही नहीं दिमाग में। धक्के का मतलब मेरा वर्ड कहने का मतलब ये सीगा कि किन्ने एक डेस्टिनेशन ते पहुंचे है कि शायद मैनू इत्थों मुकाम मिले, शायद मैनू इत्थों कोई मेरी बांह फड़े, शायद कोई इत्थों बांह फड़े। ये बात अगर बंदा सिंगिंग रियलिटी शो में भी जाता है तो जाता इसी वजह से है कि कोई मेरी बाजू पकड़ ले, मुझे सपोर्ट कर दे। तो वहां कितनी ऐसी जगह पे जाना हुआ जहां पे हाथ पकड़ा नहीं? 3-4 बार ही हुआ भाजी, रियलिटी शोज में ही हुआ। हाँ जी, उधर ही हुआ रियलिटी शोज में। एक बार हुआ था कि एक रियलिटी शो के ऑडिशन के लिए हम गए हुए थे, मैं मम्मी पापा। तो सुबह 6 बजे हम पहुंच गए थे वहाँ पे। मेरे पापा मम्मी बहुत सपोर्टिव हैं, तो उन्होंने उस दिन जॉब से छुट्टी लेके, दिल्ली ऑडिशन थे मेरे को याद है। अच्छा। तो वहाँ हम गए थे। उस टाइम इंस्टाग्राम वगैरह यूट्यूब वगैरह में कुछ भी किसी पे एक्टिव नहीं था, मैंने मतलब सोशल मीडिया का कुछ बनाया ही नहीं था। तो 6 बजे हम सुबह पहुंच गए थे वहाँ पे, लाइन में लग गए थे, और 8 बजे रात को मेरे को याद है अपना नंबर आया था। और पापा की थोड़ी सी तबीयत भी खराब हो गई थी क्योंकि धूप में खड़े हुए थे लाइन में इतने देर तक, और पहले ही राउंड में मेरे को बाहर कर दिया था। उतरी? हाँ, पहले ही राउंड में मेरे को बाहर कर दिया था। तो उस टाइम मेरे को बड़ा बुरा लगा था। वो लास्ट रियलिटी शो था जिसका मैंने ऑडिशन दिया था, उसके बाद मैंने किसी रियलिटी शो का ऑडिशन नहीं दिया। यस। जेड़े बंदे एथलीट होंगे हैं ना, हाँ जी, कुछ अगर उनको क्या चाहिए होता है, उनको चाहिए होता है यार मुझे ना इक्विपमेंट्स मिल जाए, मुझे ट्रैक मिल जाए और मुझे कोई सिखाने वाला मिल जाए। हाँ जी, ऐसा होता है ना, एक एथलीट ये चाहता है। तो अगर मैं कुशागर से पूछूं तो अब म्यूजिक की पिच पे आ गया है, अब मानता है कि यार हाँ अब मैं दौड़ूंगा, दौड़ने की मेरी पूरी कोशिश है, अब मैं दौड़ूंगा, मेरे को सब कुछ मिल गया जो चाहिए था दौड़ने के लिए। बिल्कुल, हाँ जी, मिल गया। वो आ गया दिन। अभी मेरे को ये नहीं लगता कि सब कुछ मिल गया, क्योंकि मैं हर दिन कुछ ना कुछ नया सीखता रहता हूँ और हर दिन कुछ ना कुछ नया सीखना चाहता हूँ। तो जैसे जैसे हम सीखते जाएंगे वैसे वैसे और ज्यादा। पर शुरुआती दौर ली तो मिल गया। शुरुआती दौर ली आई हैव मतलब ट्रैक मेरे को मिल गया है जिस पर मेरे को चलना है। वेरी गुड। ਤੇ ਕੁਸ਼ਾਗਰ ਅੱਜ ਆਪਾਂ ਆਪਣੀਆਂ ਗੱਲਾਂ ਨੂੰ ਇੱਥੇ ਪੌਜ਼ ਕਰਦੇ ਹਾਂ। ਅਗਲੀ ਵਾਰੀ ਨਵੇਂ ਗਾਣੇ ਦੇ ਨਾਲ ਮੁਲਾਕਾਤ ਹੋਏਗੀ ਤੇ ਗੱਲਾਂ ਬਾਤਾਂ ਨੂੰ ਅੱਗੇ ਚੱਕਾਂਗੇ। ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ। ਵਾਹਿਗੁਰੂ ਤੁਹਾਡੀ ਮਿਹਨਤ ਦੇ ਉੱਤੇ ਮਿਹਰ ਕਰਨ। ਬਹੁਤ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ ਸੋ ਮਚ। ਔਰ बेहतरीन गल्लां ते गाणियां दे नाल बने रहो माय FM ते। चलो आज कुछ अच्छा सुनते हैं।